ਹੈਲੋ। ਹਾਂਜੀ, ਸਤਿ ਸ੍ਰੀ ਅਕਾਲ। ਮੈਂ ਮਾਲਵਿੰਦਰ ਸ਼ਹਿਰ ਕਹਾਣੀਕਾਰਾ ਮੈਡਮ ਦਵਿੰਦਰ ਮਹਿੰਦਰੂ ਦੀ ਕਹਾਣੀ ਲੈ ਕੇ ਹਾਜ਼ਰ ਹੋ ਰਿਹਾ ਹਾਂ। ਕਹਾਣੀ ਹੈ ਪਿਓ ਧੀ। ਗੌਰ ਫਰਮਾਉਣਾ। ਅਲਮਾਰੀ ਠੀਕ ਕਰਨ ਲੱਗੀ ਹਾਂ, ਪਰੇਸ਼ਾਨ ਹਾਂ ਬਹੁਤ। ਗੋਦਰੇਜ ਦੀ ਅਲਮਾਰੀ ਵਿੱਚੋਂ ਕੱਪੜੇ ਕੱਢਦਿਆਂ ਕੁਝ ਗਿਰਿਆ ਹੈ। ਝੁੱਕ ਕੇ ਚੁੱਕਿਆ, ਚਿੱਠੀ ਹੈ ਕੋਈ ਪੁਰਾਣੀ। ਕਿੰਨੇ ਚਾਅ ਨਾਲ ਪਿਛਲੇ ਸਾਲ ਮੂਹਰਲੇ ਕਮਰੇ ਵਿੱਚ ਨਵੀਂ ਅਲਮਾਰੀ ਬਣਵਾਈ ਸੀ। ਛੋਟਾ ਜਿਹਾ ਲਾਕਰ, ਬਿਲਕੁਲ ਆਪਣੇ ਮੰਜੇ ਨਾਲ। ਪਰਸ ਰੱਖੋ, ਭਾਵੇਂ ਕੋਈ ਜ਼ਰੂਰੀ ਕੀਮਤੀ ਸਮਾਨ। ਜਦੋਂ ਮਰਜ਼ੀ ਕੱਢੋ, ਵਰਤੋਂ ਤੇ ਸੰਭਾਲ ਦੇਵੋ। ਮੰਜੇ ਤੇ ਬੈਠੇ ਬੈਠੇ ਇੱਧਰ ਉੱਧਰ ਉੱਠ ਕੇ ਜਾਣ ਦੀ ਲੋੜ ਨਹੀਂ। ਜਾਇਆ ਵੀ ਕਿੱਥੇ ਜਾਂਦਾ ਹੈ ਹੁਣ, ਉੱਠ ਕੇ ਵਾਰ-ਵਾਰ ਕਿਤੇ। ਸ਼ਿਮਲਾ ਜਾਣ ਵੇਲੇ ਪਿਤਾ ਜੀ ਦੀ ਪਿੰਡੋਂ ਲਿਆਂਦੀ ਡਾਇਰੀ, ਜਿਸ ਵਿੱਚ ਮੰਨੂ ਦੇ ਬਚਪਨ ਦਾ ਸਾਲਾਂ ਦਾ ਵੇਰਵਾ ਸੀ, ਸੰਭਾਲ ਕੇ ਲਾਕਰ ਵਿੱਚ ਰੱਖ ਦਿੱਤੀ। ਉਹ 6 ਮਹੀਨੇ ਤੋਂ ਲੈ ਕੇ 12 ਸਾਲ ਦੀ ਹੋਣ ਤੱਕ ਉਹਨਾਂ ਕੋਲ ਰਹੀ। ਪਲੀ ਵੱਡੀ ਹੋਈ। ਜਦੋਂ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਉਦੋਂ ਮੰਨੂ ਵੱਡੀ ਹੋ ਰਹੀ ਸੀ ਤੇ ਮਾਂ ਕੋਲ ਇਕੱਲੀ ਉਹਨੂੰ ਨਹੀਂ ਸੀ ਛੱਡ ਸਕਦੀ ਤੇ ਜਲੰਧਰ ਲੈ ਆਈ ਸੀ। ਇੱਕ ਹੋਰ ਚੀਜ਼ ਜਿਹੜੀ ਬਹੁਤ ਪਿਆਰੀ ਸੀ ਮੈਨੂੰ, ਮੇਰਾ ਥੀਸਸ, ਜਿਹੜਾ ਭਾਸ਼ਾ ਵਿਭਾਗ ਪੰਜਾਬ ਨੇ ਛਾਪਿਆ ਸੀ। ਉਹਦੀ ਇੱਕੋ ਇੱਕ ਬਚਦੀ ਕਾਪੀ ਵੀ ਉਸ ਲਾਕਰ ਵਿੱਚ ਰੱਖ ਗਈ ਜਾਣ ਵੇਲੇ। 6 ਮਹੀਨੇ ਬਾਅਦ ਆ ਕੇ ਅਲਮਾਰੀ ਖੋਲ੍ਹੀ, ਖੁੱਲ੍ਹ ਨਹੀਂ ਸੀ ਰਹੀ। ਜ਼ੋਰ ਲਾ ਕੇ ਦਰਵਾਜ਼ਾ ਖੋਲ੍ਹਿਆ, ਅੰਦਰ ਸਭ ਮਿੱਟੀ ਹੋਇਆ ਪਿਆ ਸੀ। ਭਾਰੇ ਮਨ ਨਾਲ ਲਾਕਰ ਖੋਲ੍ਹਿਆ, ਇਸ ਆਸ ਵਿੱਚ ਕਿ ਸ਼ਾਇਦ ਕੁਝ ਬਚ ਗਿਆ ਹੋਵੇ। ਥੀਸਸ ਦੀ ਉੱਪਰਲੀ ਜਿਲਦ ਦੇ ਕੁਝ ਅੰਸ਼ ਨਜ਼ਰ ਆ ਰਹੇ ਸਨ। ਅੰਦਰੋਂ ਕਿਤਾਬ ਗਾਇਬ ਸੀ। ਡਾਇਰੀ ਦਾ ਨਾਮੋ ਨਿਸ਼ਾਨ ਨਹੀਂ। ਚਿੱਠੀਆਂ ਸੰਭਾਲਣ ਦਾ ਸ਼ੌਕ ਤਾਂ ਮੈਨੂੰ ਬਚਪਨ ਤੋਂ ਹੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਚਿੱਠੀਆਂ ਵੀ ਕਿਤੇ ਸੰਭਾਲੀਆਂ ਪਈਆਂ ਹਨ, ਪਰ ਇਹ 4 ਜਨਵਰੀ 1979 ਨੂੰ ਪਿਤਾ ਤੇ ਮੇਰੇ ਵੱਲੋਂ ਪਤੀ ਨੂੰ ਲਿਖੀ ਚਿੱਠੀ ਇੱਥੇ ਕਿੱਥੋਂ ਆ ਗਈ? ਪਤੀ ਉਹਨਾਂ ਦਿਨਾਂ ਵਿੱਚ ਸ੍ਰੀਨਗਰ ਦੂਰਦਰਸ਼ਨ 'ਚ ਨੌਕਰੀ ਕਰ ਰਹੇ ਸਨ। ਉਹ 1978 ਦੀ ਦੀਵਾਲੀ ਤੇ ਲਖਨਊ ਆਏ ਸਨ, ਜਿੱਥੇ ਮੇਰੀਆਂ ਦੋਵਾਂ ਜੋੜੀਆਂ ਧੀਆਂ ਦਾ ਜਨਮ ਹੋਇਆ ਸੀ। ਜਾਪੇ ਲਈ ਮੈਂ ਜਲੰਧਰ ਤੋਂ ਲਖਨਊ ਗਈ ਸਾਂ, ਜਿੱਥੇ ਮੇਰੇ ਸਹੁਰਾ ਸਾਹਿਬ ਦੂਰਦਰਸ਼ਨ ਵਿੱਚ ਇੱਕ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਸਨ। ਪਿੰਡ ਸਹੂਲਤਾਂ ਦੀ ਕਮੀ ਕਾਰਨ ਨਹੀਂ ਸੀ ਭੇਜਿਆ ਗਿਆ ਮੈਨੂੰ। ਸ੍ਰੀਨਗਰ ਤਾਂ ਅਸੀਂ ਇਕੱਲਿਆਂ ਕਿਵੇਂ ਸੰਭਾਲਣਾ ਸੀ ਸਭ ਕੁਝ। ਪਤੀ ਦੀਵਾਲੀ ਤੇ ਆਏ ਸਨ ਲਖਨਊ। ਕੁਝ ਦਿਨ ਪਰਿਵਾਰ ਨਾਲ ਰਹਿ ਕੇ ਜਾਂਦੇ ਹੋਏ ਮੈਨੂੰ ਤੇ ਬੱਚਿਆਂ ਨੂੰ ਪਿੰਡ ਛੱਡ ਗਏ ਸਨ। 4 ਜਨਵਰੀ ਉਹਨਾਂ ਦਾ ਜਨਮ ਦਿਨ ਹੁੰਦਾ ਹੈ। 1979 'ਚ ਉਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਉਤਸਵ ਸੀ। ਪਿਤਾ ਜੀ ਗੁਰਦੁਆਰੇ ਤੋਂ ਆਏ ਤਾਂ ਮੈਂ ਉਹਨਾਂ ਨੂੰ ਇਸ ਬਾਰੇ ਦੱਸਿਆ। 2 ਮਹੀਨੇ ਬੱਚਿਆਂ ਨਾਲ ਰੁੱਝੇ ਰਹਿ ਕੇ ਜਦ ਉਹ ਸਾਡੇ ਜਾਣ ਦੀ ਤਰੀਕ ਨੇੜੇ ਆ ਰਹੀ ਸੀ, ਉਹ ਕੁਝ ਨਾਰਾਜ਼ ਸਨ। ਉੱਪਰੋਂ ਛੋਟੇ-ਛੋਟੇ 2 ਬੱਚਿਆਂ ਨਾਲ ਛੂਛਕ ਲੈ ਕੇ ਮੈਨੂੰ ਜਲੰਧਰ ਛੱਡਣ ਦੀ ਉਹਨਾਂ ਵਿੱਚ ਹਿੰਮਤ ਨਹੀਂ ਸੀ। ਮੈਂ ਛੁੱਟੀ ਤੇ ਚੱਲ ਰਹੀ ਸਾਂ ਤੇ 14 ਜਾਂ 15 ਜਨਵਰੀ ਨੂੰ ਜੁਆਇਨ ਕਰਨ ਦੀ ਸੋਚ ਰਹੀ ਸਾਂ। ਪਿਤਾ ਦੀ ਵੱਧਦੀ ਉਮਰ
ਜੋ 75 ਪਾਰ ਕਰ ਚੁੱਕੇ ਸਨ। ਆਉਣ ਵਾਲੇ ਦਿਨਾਂ ਦਾ ਇਕੱਲਾਪਣ ਉਹ ਹਰਾਸੇ ਪਏ ਸਨ। ਇਹਨਾਂ ਨੂੰ ਪਿਛਲੀ ਚਿੱਠੀ ਵਿੱਚ ਉਹ ਸੁਝਾਅ ਦੇ ਚੁੱਕੇ ਸਨ ਕਿ ਕੁਝ ਦਿਨ ਲਈ ਆ ਜਾਓ, ਮਿਲਣਾ ਗੱਲਾਂ ਵੀ ਹੋ ਜਾਵੇਗਾ ਤੇ ਜਾਂਦੇ ਹੋਏ ਮੈਨੂੰ ਤੇ ਬੱਚਿਆਂ ਨੂੰ ਜਲੰਧਰ ਵੀ ਛੱਡ ਜਾਣਗੇ। ਪਰ ਆਪਣੀ ਮਜਬੂਰੀ ਦਾ ਹਵਾਲਾ ਦਿੰਦਿਆਂ ਜਦੋਂ ਨਾ ਹੋ ਗਈ, ਉਹ ਸੋਚਾਂ ਵਿੱਚ ਪੈ ਗਏ। ਅਸਲ ਵਿੱਚ ਸਰਕਾਰ ਨੇ ਜਲੰਧਰ ਦੂਰਦਰਸ਼ਨ ਸ਼ੁਰੂ ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਬੜੀ ਮੁਸ਼ਕਲ ਡੈਡੀ ਨੇ ਇਹਨਾਂ ਦਾ ਤਬਾਦਲਾ ਸ੍ਰੀਨਗਰ ਤੋਂ ਜਲੰਧਰ ਕਰਵਾਉਣ ਦਾ ਇੰਤਜ਼ਾਮ ਕੀਤਾ ਸੀ। ਅਪ੍ਰੈਲ 1979 'ਚ ਉਦਘਾਟਨ ਤੋਂ ਪਹਿਲਾਂ ਜੁਆਇਨਿੰਗ ਹੋ ਜਾਣੀ ਸੀ। ਇਸ ਵੇਲੇ ਛੁੱਟੀ ਲੈਣ ਦੀ ਆਪਣੇ ਡਾਇਰੈਕਟਰ ਨੂੰ ਨਾਰਾਜ਼ ਕਰਨ ਦੀ, ਕਿਉਂਕਿ ਬਰਫ਼ਾਂ ਵਿੱਚ ਸ੍ਰੀਨਗਰ 'ਚ ਸਟਾਫ ਟਿਕਦਾ ਹੀ ਨਹੀਂ ਸੀ ਹੁੰਦਾ। ਉਹਨਾਂ ਦਿਨਾਂ ਵਿੱਚ ਕੋਈ ਤੁੱਕ ਨਹੀਂ ਸੀ। ਮੇਰੇ ਪਿਤਾ ਦੇ ਅਖੀਰ ਵਿੱਚ ਮਾਂ ਨੂੰ ਮੇਰੇ ਨਾਲ ਭੇਜਣ ਦੀ ਤਿਆਰੀ ਕਰ ਦਿੱਤੀ ਤੇ ਅੱਜ 4 ਜਨਵਰੀ ਸੀ। ਸਾਰੇ 8-9 ਦਿਨ ਬਚਦੇ ਸਨ ਸਾਡੇ ਜਾਣ ਦੇ। ਇਹਨਾਂ ਦੇ ਜਨਮ ਦਿਨ ਦੀ ਗੱਲ ਸੁਣ ਕੇ ਪਿਤਾ ਜੋਸ਼ ਵਿੱਚ ਆ ਗਏ। ਇੰਗਲੈਂਡ ਕੱਢ ਲਿਆਏ ਤੇ ਬੈਠ ਕੇ ਇਹਨਾਂ ਨੂੰ ਚਿੱਠੀ ਲਿਖਣ ਲੱਗ ਪਏ। ਇੱਕ ਤੇ ਕਲਗੀ ਵਾਲੇ ਦੇ ਜਨਮ ਦਿਵਸ ਦਾ ਸ਼ੁਭ ਦਿਹਾੜਾ, ਉੱਤਰੋਂ ਇਕਲੌਤੇ ਜਵਾਈ ਦਾ ਬਰਥਡੇ, ਉਹਨਾਂ ਦਾ ਜੀਵਨ ਪ੍ਰਤੀ ਸਾਰਾ ਉਤਸ਼ਾਹ ਵਾਪਸ ਆ ਗਿਆ ਸੀ। ਇੱਥੇ ਇੱਕ ਗੱਲ ਦਾ ਜ਼ਿਕਰ ਜ਼ਰੂਰੀ ਹੈ। ਮੇਰੀ ਮਾਂ ਪਿਤਾ ਤੋਂ 20-25 ਸਾਲ ਛੋਟੀ ਸੀ। ਉਹ ਗਈ ਵੀ ਪਿਤਾ ਤੋਂ 20-25 ਸਾਲ ਬਾਅਦ ਹੀ ਜਿੱਦ ਨਾਲ, ਓਨੀ ਹੀ ਉਮਰ ਭੋਗ ਕੇ ਜਿੰਨੀ ਪਿਤਾ ਨੇ ਭੋਗੀ ਸੀ। ਹਾਂ, ਗੋਦਰੇਜ ਦੀ ਅਲਮਾਰੀ ਦੇ ਕੱਪੜੇ ਠੀਕ ਕਰਦਿਆਂ ਜਿਹੜੀ ਪੁਰਾਣੀ ਚਿੱਠੀ ਹੇਠਾਂ ਆ ਡਿੱਗੀ, ਉਹ ਮੇਰੇ ਪਿਤਾ ਦੇ ਹੱਥਾਂ ਦੀ ਲਿਖੀ ਹੋਈ ਸੀ। 4 ਜਨਵਰੀ 1979 ਨੂੰ ਲਿਖੀ ਇਹ ਚਿੱਠੀ ਦੂਰਦਰਸ਼ਨ ਸ੍ਰੀਨਗਰ 'ਚ ਉਨੀ ਦਿਨੀ ਪੋਸਟਡ ਮੇਰੇ ਪਤੀ ਲਈ ਸੀ। ਕਦੋਂ ਇਹਨਾਂ ਨੇ ਉਹਨਾਂ ਨੂੰ ਸੰਭਾਲਿਆ, ਕਦੋਂ ਜਲੰਧਰ ਸ਼ਿਫਟ ਕਰਨ ਵੇਲੇ ਸਮਾਨ 'ਚ ਰੱਖ ਲਿਆਏ। ਜ਼ਿੰਦਗੀ ਦੇ ਥਪੇੜਿਆਂ ਨੇ ਕਿੰਨੇ ਘਰ ਬਦਲਵਾਏ, ਕਿੰਨੇ ਸ਼ਹਿਰ। ਇਹ ਸੰਭਲੀ ਸੰਭਲਾਈ ਚਿੱਠੀ ਅੱਜ 22 ਅਕਤੂਬਰ 2016 ਨੂੰ, ਜਦੋਂ ਮੈਂ ਇਸ ਪੀੜਾ 'ਚੋਂ ਲੰਘ ਰਹੀ ਸੀ ਕਿ ਪਿਤਾ ਦੇ ਹੱਥਾਂ ਨਾਲ ਲਿਖੀ ਡਾਇਰੀ ਦੀਮਕ ਹੱਥੋਂ ਗੁਆ ਬੈਠੀ ਹਾਂ, ਮੇਰੇ ਹੱਥਾਂ 'ਚ ਆ ਗਈ ਸੀ। ਉਸ ਅਦਿੱਖ ਸ਼ਕਤੀ ਦਾ ਸ਼ੁਕਰੀਆ ਅਦਾ ਕਰਨ ਲਈ ਮੇਰੇ ਦੋਵੇਂ ਹੱਥ ਉੱਠੇ। ਥੀਸਸ ਦੀ ਕਾਪੀ ਤਾਂ ਸ਼ਾਇਦ ਭਾਸ਼ਾ ਵਿਭਾਗ ਪੰਜਾਬ ਦੇ ਰਿਕਾਰਡ 'ਚੋਂ ਮਿਲ ਜਾਵੇ। ਹੁਣੇ ਉੱਠ ਕੇ ਡਾਇਰੈਕਟਰ ਮੈਡਮ ਨੂੰ ਪੱਤਰ ਲਿਖਾਂਗੀ ਕਿ ਉਹ ਮਿਹਰਬਾਨੀ ਕਰਕੇ ਕੁਝ ਕਰਨ। ਪਰ ਪਿਤਾ ਦੇ ਹੱਥਾਂ ਦੀ ਛੋਹ ਕਿੱਥੋਂ ਲੱਭਣੀ ਸੀ? ਪਿਤਾ ਨੇ ਉਸ ਚਿੱਠੀ 'ਚ ਇਹਨਾਂ ਨੂੰ ਲਿਖਿਆ ਹੈ। ਚਿੱਠੀ ਕਿਉਂਕਿ ਹਿੰਦੀ 'ਚ ਲਿਖੀ ਹੋਈ ਹੈ, ਅਨੁਵਾਦ ਦੇ ਰਹੀ ਹਾਂ। ਮੈਂ ਤਾਂ ਬੱਚੀਆਂ ਅਤੇ ਸਮਾਨ ਨਾਲ ਦਵਿੰਦਰ ਨੂੰ ਜਲੰਧਰ ਛੱਡਣ ਨਹੀਂ ਜਾ ਸਕਾਂਗਾ। ਤੁਹਾਡੀ ਮੰਮੀ ਜਾਏਗੀ। ਵਾਪਸੀ 'ਚ ਭਟਕ ਕੇ ਕਿਤੇ ਪਟਿਆਲੇ ਵੱਲ ਨਾ ਚਲੀ ਜਾਵੇ। ਬਾਅਦ 'ਚ ਉਮਰ, ਕੱਦ, ਆਉਣ ਜਾਣ, ਕਿਰਾਇਆ ਅਤੇ ਇਨਾਮ ਦੀਆਂ ਗੱਲਾਂ ਰੇਡੀਓ ਜਲੰਧਰ ਤੋਂ ਨਸ਼ਰ ਕਰਾਉਣੀਆਂ ਪੈਣ। ਤੇ ਪਿਤਾ ਦੀ ਦੂਰਦਰਸ਼ਤਾ ਮੈਨੂੰ ਤੇ ਬੱਚਿਆਂ ਨੂੰ ਛੱਡ ਕੇ ਦੂਜੇ ਦਿਨ ਵਾਪਸ ਜਾਂਦਿਆਂ ਮਾਂ ਲੁਧਿਆਣੇ ਬੱਸ ਸਟੈਂਡ ਪਹੁੰਚਣ ਦੀ ਥਾਂ ਮਾਤਾ ਰਾਣੀ ਚੌਂਕ ਵਿੱਚ ਉਤਰ ਗਈ। ਪਾਗਲ ਮੈਂ, ਜਿਹੜੀ ਦਫ਼ਤਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਲੁਧਿਆਣੇ ਦੀ ਬੱਸ 'ਚ ਬਿਠਾ ਆਈ। ਮਲੇਰਕੋਟਲੇ ਦੀ ਬੱਸ 'ਚ ਚੜਾਉਂਦੀ ਤਾਂ ਇਹ ਸਮੱਸਿਆ ਨਹੀਂ ਸੀ ਆਉਣੀ। ਉੱਥੋਂ ਆਰਾਮ ਨਾਲ ਪਿੰਡ ਖੁਰਦ ਦੀ ਬੱਸ ਮਿਲ ਜਾਂਦੀ। ਜਾਣ ਪਛਾਣ ਦੇ 100 ਬੰਦੇ ਮਿਲ ਜਾਂਦੇ। ਪਰ ਮੇਰਾ ਦਿਮਾਗ ਲੁਧਿਆਣੇ ਦੀ ਬੱਸ 'ਚ ਬਿਠਾ ਦਿੱਤਾ। ਹੋਇਆ ਕਿ ਮਾਤਾ ਰਾਣੀ ਚੌਂਕ ਪਹੁੰਚ ਕੇ ਜਦੋਂ ਕੰਡਕਟਰ ਨੇ ਲੁਧਿਆਣਾ ਲੁਧਿਆਣਾ ਬੋਲਿਆ, ਉਹ ਆਪਣਾ ਝੋਲਾ ਲੈ ਕੇ ਉਤਰ ਗਏ। ਅੱਗੋਂ ਚੜ੍ਹਨਾ ਸੀ ਪਿੰਡਾਂ ਵਾਲੀ ਬੱਸ, ਜਿਸ ਨੇ ਸੰਦੌੜ ਉਤਾਰਨਾ ਸੀ। ਕੰਡਕਟਰ ਡਰਾਈਵਰ ਖੁਰਦ ਦੇ ਹੀ ਸਨ। ਘਰ ਤੱਕ ਛੱਡ ਦਿੰਦੇ। ਮਾਂ ਤੁਰਦੀ ਗਈ ਪੁੱਛਦੇ ਸਮੇਂ ਚੰਗੇ ਹੀ ਹੋਣਗੇ ਉਦੋਂ
ਕਿ ਹੋਰ ਕੋਈ ਮੁਸੀਬਤ ਨਹੀਂ ਆਈ। ਬਸ 7-8 ਕਿਲੋਮੀਟਰ ਦਾ ਪੈਂਡਾ ਹੀ ਪਿਆ। ਬਾਅਦ ਵਿੱਚ ਜਦੋਂ ਚਿੱਠੀ ਲਿਖ ਕੇ ਉਹਨਾਂ ਨੇ ਆਪਣੇ ਪਹੁੰਚਣ ਦਾ ਬਿਉਰਾ ਦਿੱਤਾ, ਮੈਂ ਕੰਬ ਕੇ ਰਹਿ ਗਈ। ਪਿਤਾ ਦੀ ਲਿਖੀ ਚਿੱਠੀ ਵਿੱਚ ਜਿਵੇਂ ਆਪਣੀਆਂ ਦੋਹਤਰੀਆਂ ਦੇ ਪਲ-ਪਲ, ਦਿਨ-ਦਿਨ ਪਾਲਣ ਦੀ, ਵੱਡੇ ਹੋਣ ਦੀ ਕਹਾਣੀ ਲਿਖੀ ਹੋਈ ਹੈ, ਉਹ ਕਿਸੇ ਨੂੰ ਵੀ ਭਾਵੁਕ ਕਰ ਸਕਦੀ ਹੈ। ਉਤਾਰਾ दे रही हैं कुछ लाइनों का। विचारों में परिवर्तन होता रहता है। अनु सी हंसमुख अब मनु नहीं है। मनु मेरी और प्रेय ऐसे ताका करती है जैसे कोई अफसर अपने हुक्म अब्दुल चपरासी की तरफ। अनु की कटोरी मनु का हिस्सा जो संतरे को हजम कर लेती है, हजम कर जाती है। मनु तो बेचारी रो रो कर मोटी हो रही है। अस्तु 75 सालों का बजुर्ग अपनियां जौड़ियां दोहतियां का जिक्र लाड नाल कर रहा है। यह 1979 की 4 जनवरी की गल है। धन्यवाद, शुक्रिया, आदाब। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।